ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਤਾਤੀ ਵਾਵ ਨ ਲੱਗੇ ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰੇ ਰਾਮ ਕਾਰ ਦੁਖ ਲੱਗੈ ਨਾ ਭਾਈ। ਸਤਿਗੁਰ ਪੂਰਾ ਆਰਾਧਿਆ ਜਿਨ ਬੰਤ ਬਣਾਈ। ਰਾਮ ਨਾਮ ਔਖਦ ਦਿਆ ਇਕਾਲ ਲਾਈ। ਰਾਖ ਲਿਏ ਤਿਨ ਰਖਣ ਹਾਰ ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ। ਧੰਨ ਧੰਨ ਦਸਾਂ ਪਾਤਸ਼ਾਹਾਂ ਦੇ ਪਾਵਨ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰ ਤੇ ਜੁੜ ਮਿਲ ਬੈਠੀ ਸਨਮਾਨਯੋਗ ਗੁਰੂ ਪਿਆਰ ਵਾਲੀ ਸਾਧ ਸੰਗਤ ਜੀਓ। ਸਤਿਗੁਰਾਂ ਦੇ ਪਾਵਨ ਚਰਨਾਂ ਨਾਲ ਜੁੜੀਏ, ਇਕਾਗਰਤਾ ਲਈਏ, ਹਾਜ਼ਰੀ ਲਵਾਈਏ। ਸਾਹਿਬ ਕਿਰਪਾ ਕਰਨ ਸਾਡਾ ਅੱਜ ਦਾ ਦਿਨ ਵਧਾਈਆਂ ਦਾ ਪਾਤਰ ਬਣ ਸਕੇ। ਸਾਡੀ ਹਾਜ਼ਰੀ ਦਰ ਤੇ ਸਾਹਿਬ ਜੀ ਪ੍ਰਵਾਨ ਕਰ ਲੈਣ। ਪਿਆਰ ਨਾਲ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਰਹਿਮਤ ਕਰਕੇ ਸੁਭਾਗ ਸਮਾਂ ਬਖਸ਼ਿਆ ਹੈ। ਨਵਾਂ ਸਾਲ ਸ਼ਰਦ ਰੁੱਤ ਦੇ ਵਿੱਚ ਆਰੰਭ ਹੋਇਆ ਹੈ। ਰਹਿਮਤ ਹੋਈ ਹੈ। ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀਏ, ਪਾਤਸ਼ਾਹ ਬਾਹਰਲੀ ਠੰਡ ਵਰਗਾ, ਬਸੰਤ ਰੁੱਤ ਵਰਗਾ ਸਾਡਾ ਜੀਵਨ ਸਦਾ ਆਪ ਕਿਰਪਾ ਕਰਕੇ ਬਣਾ ਦਿਓ। ਸਾਹਿਬ ਜੀਓ, ਸਾਡੇ ਜੀਵਨ ਨੂੰ ਸ਼ਾਂਤ ਕਰੋ। ਪ੍ਰਭੂ ਭਗਤੀ ਪਿਆਰ ਵਿੱਚ ਅਸੀਂ ਜੁੜੀਏ। ਆਪਸ ਵਿੱਚ ਪਰਸਪਰ ਪਿਆਰ ਦੀਆਂ ਸਾਂਝਾਂ ਪਾ ਲਈਏ। ਇਹ ਸਾਡੇ ਮੁਖ ਤੋਂ ਬਚਨ ਜਿਹੜੇ ਨਿਕਲਦੇ ਨੇ, ਇਹਨਾਂ ਨੂੰ ਮੰਨ ਲਈਏ। ਨਾ ਕੋ ਬੈਰੀ ਨਹੀਂ ਬਿਗਾਨਾ, ਸਕਲ ਸੰਗ ਹਮ ਕੋ ਬਣਿਆ। ਨਵਾਂ ਸਾਲ ਮਨਾਉਣ ਆਏ ਹਾਂ, ਮਨਾ ਕੇ ਨਹੀਂ ਮੁੜ ਜਾਣਾ, ਮੰਨ ਕੇ ਵੀ ਮੁੜਨਾ, ਨਾਲ ਮੰਨਣਾ ਵੀ ਹੈ। ਮਨਾਉਂਦਿਆਂ ਨੂੰ ਤਾਂ ਬੜਾ ਸਮਾਂ ਹੋ ਗਿਆ, 12 ਕੁ ਮਹੀਨੇ ਹੈ ਇਹਦੇ ਵਿੱਚ। ਛੇ ਰੁੱਤਾਂ ਇੱਕ ਨੇ, ਛੇਕ ਇੱਕ ਨੇ। ਇੱਕ ਰੁੱਤ ਚੋਂ ਦੂਸਰੀ ਰੁੱਤ ਦੇ ਵਿੱਚ ਜਦੋਂ ਅਸੀਂ ਪ੍ਰਵੇਸ਼ ਕਰਦੇ ਹਾਂ ਤੇ ਉਸ ਨੂੰ ਅਸੀਂ ਇੱਕ ਮਹੀਨਾ ਔਰ ਮੰਥ ਮੰਨ ਕੇ ਚੱਲਦੇ ਹਾਂ। 12 ਕੁ ਮਹੀਨਿਆਂ ਦਾ ਸਾਲ ਬਣ ਜਾਂਦਾ ਹੈ। ਵਾਹਿਗੁਰੂ ਹਰ ਸਾਲ ਜਦੋਂ ਦੀ ਸਾਨੂੰ ਮਤ ਬਖਸ਼ੀ ਹੈ, ਰਹਿਮਤ ਬਖਸ਼ੀ ਹੈ, ਸੰਸਾਰੀ ਜੀਵਨ ਬਖਸ਼ਿਆ ਹੈ, ਕਾਰ ਵਿਹਾਰ ਬਖਸ਼ੇ ਨੇ, ਹਰ ਸਾਲ ਅਸੀਂ ਸੁਖ ਦੀ ਦਾਤ ਪ੍ਰਾਪਤ ਕਰਨ ਵਾਸਤੇ ਗੁਰੂ ਕੀ ਸੰਗਤ ਦਾ ਰੂਪ ਧਾਰਨ ਕਰ ਲੈਨੇ। ਇਸ ਵੇਲੇ ਕਿਰਪਾ ਕਰਿਓ ਜਿਹੜਾ ਆਹ ਸਾਲ ਅਸੀਂ ਮਨਾਉਣ ਲੱਗੇ ਹਾਂ ਨਾ,
ਇਹਦੇ ਵਿੱਚ ਸਾਡੀ ਖਾਸ ਇੱਕ ਬੇਨਤੀ ਹੈ, ਇੱਕ ਚੁਆਇਸ ਹੈ, ਇੱਕ ਭਾਵਨਾ ਹੈ ਕਿ ਅਸੀਂ ਪਿਛਲੇ ਸਾਲ ਵਿੱਚ ਜਿਹੜਾ ਕੱਲ੍ਹ ਉਹਦੇ ਵਿੱਚ ਬੜੇ ਅਸੀਂ ਦੁੱਖ ਭੋਗੇ, ਬੜੇ ਦੁਖੀ ਹੋਏ ਹਾਂ। ਕਿਉਂ ਲਹਿਰ ਇੱਥੇ ਹੀ ਚੱਲ ਰਹੀ ਹੈ ਵਿਚਾਰ ਦੀ। ਅਸੀਂ ਦੂਸਰੇ ਬੰਨੇ ਕਹਿਰ ਦੀ ਗੱਲ ਕਰੀਏ, ਇਸ ਸਾਲ ਤੋਂ ਪਹਿਲਾਂ ਸੈਂਕੜੇ ਸਾਲ ਪਹਿਲਾਂ ਹੋ ਗਏ ਨੇ ਜਿੱਥੇ ਅਸੀਂ ਗੁਰੂ ਇਤਿਹਾਸ ਪ੍ਰਣਾਲੀ, ਉਸ ਸਰਬੰਸਦਾਨੀ ਜਿਨ੍ਹਾਂ ਨੇ ਥੋੜੇ ਸਮੇਂ ਦੇ ਅੰਦਰ ਆਪਣਾ ਸਰਬੰਸ ਵੀ ਵਾਰ ਦਿੱਤਾ ਸੀ, ਅਸੀਂ ਤੇ ਪਿਛਲੇ ਸਾਲ ਦੇ ਵਿੱਚ ਹੀ ਦੁਹਾਈ ਕਰ ਗਏ ਹਾਂ, ਬੋਹੜੀ ਕਰ ਗਏ ਹਾਂ। ਪਰ ਸਰਬੰਸਦਾਨੀ ਬਾਜਾਂ ਵਾਲੇ ਦੇ ਜੀਵਨ ਵੱਲ ਧਿਆਨ ਮਾਰੀਏ, ਉਹ ਪਰਿਵਾਰ ਬਾਜਾਂ ਵਾਲੇ ਦਾ ਜਿਨ੍ਹਾਂ ਨੇ ਬਚਨ ਕੀਤੇ ਸੀ, ਖਾਲਸਾ मेरो रूप है खास, खालसे मैं हूँ करूँ निवास, ਉਹ ਜੋਤ, ਉਹ ਖੇਡ ਕੁਰਬਾਨੀ ਸਾਡੇ ਵਾਸਤੇ ਕੀਤੀ ਸੀ। ਉਸ ਕੀਦੇ ਨੂੰ, ਉਸ ਸਮੇਂ ਨੂੰ, ਉਸ ਕੁਰਬਾਨੀ ਨੂੰ, ਉਸ ਸੰਘਰਸ਼ ਨੂੰ ਜੀਵਨ ਵਿੱਚ ਲਿਆਈਏ। ਹਰ ਬੰਨਿਓਂ ਜੀਵਨ ਦੇ ਵਿੱਚ ਇੱਕ ਸਗੂਨ ਜਿਹਾ ਆਵੇ ਕਿ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ ਜੋ ਤੁਸ ਪਾਵੇ, ਨਾਨਕਾ ਸਾਈ ਗਲਚਨ। ਉਹਨੂੰ ਵੇਖਣਾ ਹੈ ਨਾ ਕਿ ਉਹ ਸਚਿਆਰਾ ਹੋਈ ਹੈ, ਕਿ ਉਹ ਕੂੜੇ ਟੁੱਟੇ ਪਾਲ ਅਸੀਂ ਪਾਤਸ਼ਾਹ। ਇਸ ਤੇਰੀ ਖੇਡ ਨੂੰ ਕਿਵੇਂ ਸਮਝ ਸਕਦੇ ਹਾਂ? ਪਰ ਇਹ ਲੂਣਾ ਸਾਗ ਜਿਹੜਾ ਬਿਦਰ ਦੇ ਕੋਲੋਂ ਕ੍ਰਿਸ਼ਨ ਨੇ ਛਕਿਆ ਸੀ ਤੇ ਦੁਰਯੋਧਨ ਦੇ ਮਹਿਲਾਂ ਵਿੱਚ ਨਹੀਂ ਸੀ ਗਿਆ। ਬੇਸਮਝ ਲੋਕ ਉਸ ਵੇਲੇ ਵੀ ਕਹਿੰਦੇ ਸੀ ਕਿ ਇੱਕ ਬਿਦਰ ਦਾ ਗਰੀਬੜਾ ਜੀਵਨ ਆ, ਕ੍ਰਿਸ਼ਨ ਨੂੰ ਕੀ ਚਾਅ ਚੜਿਆ ਸੀ, ਬਾਹਲਿਆਂ ਨੇ ਨਾਹ ਵਿੱਚ ਸਿਰ ਮਾਰਿਆ ਸੀ ਕਿ ਚੰਗਾ ਨਹੀਂ ਕੀਤਾ। ਬਹੁਤਿਆਂ ਨੇ ਉਦੋਂ ਵੀ ਨਾਹਾਂ ਦੇ ਵਿੱਚ ਸਿਰ ਹਿਲਾਇਆ ਸੀ ਜਦੋਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਾਲੋ ਤਰਖਾਣ ਦੀ ਝੁੱਗੀ ਛੰਨ ਵਿੱਚ ਪੈਂਦ ਤੋਂ ਬਿਨਾਂ ਮੰਜਾ ਸੀ, ਜਾ ਕੇ ਉੱਥੇ ਅਲਖ ਜਗਾਈ। ਆਖਿਆ ਲਾਲੋ ਅੰਤਰ ਪਿਆਸ ਉੱਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਜਦੋਂ ਗੁਰੂ ਨੇ ਆਵਾਜ਼ ਮਾਰੀ ਨਾ ਭਾਈ ਲਾਲੋ ਨੂੰ ਚਾਹ ਚੜ ਗਈ, ਚਾਹ ਚੜ ਗਿਆ। ਖੇਡ ਉਹੋ ਹੀ ਵਾਪਰੀ ਜਿਹੜਾ ਚਾਅ ਕਿਤੇ ਬਿਦਰ ਨੂੰ ਤੇ ਉਹਦੇ ਧਰਮ ਸਪਤਨੀ ਚੜਿਆ ਸੀ ਜਦੋਂ ਕ੍ਰਿਸ਼ਨ ਜੀ ਉਹਨਾਂ ਦੇ ਦਰ ਤੇ ਗਏ ਨੇ। ਨੀਚੋਂ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਜਿਸ ਦਰ ਦੇ ਉੱਤੇ ਅਸੀਂ ਸ਼ੁਕਰਗੁਜ਼ਾਰ ਕਰਨ ਵਾਸਤੇ ਆਏ ਹਾਂ, ਪ੍ਰਭੂ ਅੱਗੇ ਬੇਨਤੀ ਕਰਨ ਆਏ ਹਾਂ, ਸਤਿਗੁਰੂ ਸਾਨੂੰ ਸੁਖ ਬਖਸ਼। ਉਹ ਸੁਰਤ ਅਸੀਂ ਅੱਜ ਬਿਦਰ ਦੇ ਘਰ ਵੀ ਲੈ ਜਾਈਏ। ਉਹ ਨਿਮਾਣਿਆਂ ਨੂੰ ਮਨ ਬਖਸ਼ਣ ਵਾਲਾ ਹੈ। ਉਹ ਆਪਾਂ ਭਾਈ ਲਾਲੋ ਗਰੀਬੜਾ ਸਿੱਖ ਜਿਹਦੇ ਕੋਲ ਕੁਛ ਵੀ ਨਹੀਂ, ਕੁੱਲੀ ਨੂੰ ਭਾਗ ਲਾਉਂਦੇ ਨੇ। ਆਪਾਂ ਸੁਣਿਆ ਪਿਛਲੇ ਦਿਨਾਂ ਦੇ ਵਿੱਚ ਕੁਛ ਪੋਟਿਆਂ ਤੇ ਗਿਣੇ ਜਾਣ ਵਾਲੇ ਉਹ ਲੋਕ ਨੇ, ਉਹਨਾਂ ਦੀ ਗਿਣਤੀ ਹੈਗੀ ਹੈ, ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ, ਜਿਨ੍ਹਾਂ ਨੂੰ ਜਾਤ ਕਰਕੇ ਵੀ ਸਮਾਜ ਵੱਲੋਂ ਨੱਕ ਚੜਾਇਆ ਜਾਂਦਾ ਸੀ, ਗਰੀਬ ਦੱਸਿਆ ਜਾਂਦਾ ਸੀ। ਉਹਨਾਂ ਦੀਆਂ ਝੁੱਗੀਆਂ ਵਿੱਚ ਜਾ ਕੇ ਉਹ ਪਰਮੇਸ਼ਰ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿ ਕੇ ਕੁਮਾ ਮਾਰਸ਼ਕੀ ਜਗਤ ਮਾਤਾ, ਮਾਤਾ ਗੁਜਰ ਕੌਰ ਜੀ ਲਾਲਾ ਨੂੰ ਨਾਲ ਲੈ ਕੇ ਸਰਸਾ ਪਾਰ ਤੋਂ ਬਾਅਦ ਕੁੰਮੇ ਮਾਸਕੀ ਦੀ ਛੰਨ ਨੂੰ, ਉੱਥੇ ਵੀ ਇਹੀ ਸੀਗਾ ਜੋ ਪਹਿਲੇ ਸਰੂਪ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ
ਭਾਈ ਲਾਲੋ ਦੇ ਘਰ ਨੂੰ ਭਾਗ ਲਾਉਂਦੇ ਨੇ, ਕੁੰਮੇ ਮਾਸ਼ਕੀ ਦੀ ਸ਼ਨ ਨੂੰ ਉੱਥੇ ਮਾਤਾ ਨੇ ਭਾਗ ਲਾਏ ਨੇ। ਗੁਰੂ ਮਾਤਾ, ਜਗਤ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ। ਸੋਚ ਇੱਥੇ ਲਿਆਉਣੀ ਹੈ ਇਹਨਾਂ ਵਿਚਾਰਾਂ ਦੇ ਵਿੱਚ। ਆ ਗਏ ਹਾਂ, ਅਰਦਾਸ ਕਰਦੇ ਹਾਂ ਸਾਡੀ ਇਸ ਸਰੀਰ ਰੂਪੀ ਝੁੱਗੀ ਨੂੰ ਗੁਰੂ ਭਾਗ ਲਾਵੇ। ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਆਇਆਂ ਦੀ ਲਾਜ ਪਾੜਦਾ ਗੁਰੂ, ਆਇਆਂ ਦੀ ਲਾਜ। ਥੋੜਾ ਜਿਹਾ ਅੱਗੇ ਵਧ ਗਏ, ਗੁਰੂ ਪਾਤਸ਼ਾਹ ਜੀ ਮਾਛੂਵਾੜੇ ਦੇ ਜੰਗਲਾਂ ਦੇ ਵਿੱਚੋਂ ਅੱਗੇ ਰਾਏ ਕੱਲੇ ਨੂੰ ਮਿਲਦੇ ਨੇ ਤੇ ਨੂਰੇ ਮਾਹੀ ਨੂੰ ਮਿਲਦੇ ਨੇ। ਨੂਰਾ ਮਾਹੀ ਇੱਕ ਨੌਕਰ ਹੈ ਰਾਏ ਕੱਲੇ ਦਾ, ਮੱਝੀਆਂ ਚਰਾਉਣ ਵਾਲਾ ਚਰਵਾਹਾ। ਜੀਵਨ ਬਦਲਿਆ ਗਿਆ, ਜੀਵਨ ਬਦਲਿਆ ਗਿਆ। ਕਿਵੇਂ ਬਦਲਿਆ ਗਿਆ ਨੂਰੇ ਦਾ ਜੀਵਨ? ਇਤਿਹਾਸ ਵਿੱਚ ਮੈਂ ਪੜ੍ਹ ਰਿਹਾ ਸੀਗਾ ਕਿ ਲੰਮਾ ਜੱਟਪੁਰਾ ਦੇ ਵਿੱਚ ਇੱਕ ਉਹਨਾਂ ਦੇ ਨਾਂ ਦਾ, ਬਾਬੇ ਨੂਰੇ ਮਾਹੀ ਦੇ ਨਾਂ ਦਾ ਇੱਕ ਖੰਡਰ ਜਿਹਾ ਹੋਇਆ ਬੱਸ ਅੱਡਾ ਹੈ। ਨਾ ਸਰਕਾਰਾਂ ਨੇ ਧਿਆਨ ਦਿੱਤਾ ਹੈ ਨੂਰੇ ਮਾਹੀ ਦੀ ਕੁਰਬਾਨੀ ਨੂੰ। ਮੁਸਲਮਾਨ ਸੀ ਨਾ, ਟੁੱਟਾ ਜਿਹਾ ਖੰਡਰ ਜਿਹਾ। ਇੱਕ ਸਾਈਡ ਦੇ ਅੰਦਰ ਜੋ ਇਤਿਹਾਸ ਦੱਸਦਾ ਹੈ ਉੱਥੇ ਨੂਰੇ ਮਾਹੀ ਦਾ ਨਾਂ ਦਾ ਕੁਝ ਹੋਰ ਵੀ ਆ, ਪਰ ਜ਼ਿਆਦੀ ਵਾਕਫੀਅਤ ਨਹੀਂ ਕਰਵਾਈ ਰਜਵਾੜਿਆਂ ਲੋਕਾਂ ਨੇ, ਨਾ ਸਰਕਾਰ ਨੇ, ਨਾ ਸੰਗਤਾਂ ਨੇ ਉਸ ਬੰਨੇ ਧਿਆਨ ਨਹੀਂ ਦਿੱਤਾ। ਨੂਰੇ ਨੂੰ ਸਿਰਫ ਇੱਥੋਂ ਤੱਕ ਹੀ ਵਰਤਿਆ ਕਿ ਗੁਰੂ ਸਾਹਿਬ ਜੀ ਦੇ ਪਰਿਵਾਰ ਦਾ ਦੁੱਖ ਆਪਣੀ ਨੂਰਾਂ ਭੈਣ ਤੋਂ ਸੁਣ ਕੇ ਸਰਹੰਦ ਤੋਂ ਤੇ ਜਾ ਕੇ ਗੁਰੂ ਸਾਹਿਬ ਨੂੰ ਦੱਸਦਾ ਹੈ ਤੇ ਗੁਰੂ ਸਾਹਿਬ ਗੱਲ ਸੁਣਦੇ ਨੇ। ਇੱਕ ਬੰਨੇ ਰਾਏ ਕੱਲਾ ਜੀ ਬੈਠੇ ਨੇ, ਇੱਕ ਬੰਨੇ ਗੁਰੂ ਸਾਹਿਬ ਬੈਠੇ ਨੇ, ਨਾਲ ਗੁਰੂ ਦੇ ਕੁਝ ਸਿੱਖ ਮਿਲ ਗਏ ਸੀ ਜਾ ਕੇ, ਉਹ ਬੈਠੇ ਆ। ਇਤਿਹਾਸ ਦੀਆਂ ਝਲਕੀਆਂ ਨੇ। ਬਸ ਇੰਨਾ ਕੀ ਨੂਰੇ ਨੂੰ ਸੰਸਾਰ ਦੇ ਅੱਗੇ ਕੀਤਾ ਕਿ ਨੂਰੇ ਨੇ ਇੰਨਾ ਕੰਮ ਕੀਤਾ ਕਿ ਬੜਾ ਦੜਾਕਲ ਸੀ, ਬੜਾ ਫਰਤੀਲਾ ਸੀ। ਉੱਥੋਂ ਘੋੜੇ ਤੇ ਚੜ੍ਹ ਕੇ ਆਇਆ ਹੈ, ਰਾਤ ਆਪਣੀ ਨੂਰਾ ਭੈਣ ਦੇ ਘਰੇ ਵਿਖੇ ਰਿਹਾ ਹੈ ਤਾਂ ਗੱਲ ਇਸ ਤਰ੍ਹਾਂ ਹੈ, ਪਰ ਜੋ ਪਿਛੋਕੜ ਸੀ, ਜੋ ਭਾਵਨਾ ਸੀ, ਉਹਦੇ ਉੱਤੇ ਸਾਨੂੰ ਟਾਈਮ ਲਾਉਣਾ ਚਾਹੀਦਾ ਸੀ। ਨੂਰੇ ਨੇ ਯਕੀਨ ਕੀਤਾ। ਮੈਂ ਇਸ ਨਵੇਂ ਸਾਲ ਦੀ ਗੱਲ ਨੂਰੇ ਦੇ ਜੀਵਨ ਨਾਲ ਜੋੜ ਕੇ ਆਪ ਜੀਆਂ ਦੇ ਚਰਨਾਂ 'ਚ ਪੇਸ਼ ਕਰਨਾ ਚਾਹੁੰਦਾ ਹੈ। ਹੋ ਸਕਦਾ ਹੈ 2-3 ਦਿਨ ਹੋ ਗਏ ਨੂਰੇ ਤੇ ਹੀ ਦਾਸ ਨੇ ਵਿਚਾਰ ਰੱਖੀ ਆ। ਗੁਰੂ ਸਾਹਿਬ ਜੀ ਤੜਕੇ ਹਨੇਰੇ ਉੱਚ ਦਾ ਪੀਰ ਬਣਨ ਤੋਂ ਬਾਅਦ ਰਾਏ ਕੱਲੇ ਦੀ ਧਰਤੀ ਤੇ ਜਾਂਦੇ ਨੇ। ਬਾਹਰ ਜੰਗਲ ਵਿੱਚ ਸੁੰਨੇ ਥਾਂ ਤੇ ਇੱਕ ਟਾਹਲੀ ਦਾ ਬਿਰਛਿਆ ਜਿਹਦਾ ਨਾਂ ਤੇ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਬਣੇ ਨੇ। ਗੁਰਦੁਆਰਾ ਟਾਹਲੀਆਣਾ ਸਾਹਿਬ, ਉੱਥੇ ਬੈਠੇ। ਨੂਰਾ ਮੱਝੀਆਂ ਘਰੋਂ ਲੈ ਕੇ ਆਇਆ ਹੈ, ਦੁੱਧ ਚੋ ਆਇਆ ਹੈ, ਘਰ ਮੱਝੀਆਂ ਦੀ ਧਾਰ ਕੱਢ ਆਇਆ ਹੈ। ਮੇਰਾ ਦੁਬਾਰਾ ਨੂਰੇ ਦੀ ਗੱਲ ਨੂੰ ਉੱਥੇ ਦੁਹਰਾਉਣ ਦਾ ਮਤਲਬ ਹੈ ਕਿ ਆਹ ਮਹਾਮਾਰੀ ਕਰੋਨਾ ਦਾ ਕਰਕੇ ਗੁਰੂ ਕੀ ਪਿਆਰੀ ਸੰਗਤ ਜੀ ਆਪ ਘੱਟ ਆਉਂਦੇ ਜੇ ਹੋ ਸਕਦਾ ਹੈ। ਆਪ ਉਹ ਵਚਨ ਨੂਰੇ ਦੀ ਵਡਿਆਈ ਵਾਲੇ, ਨੂਰੇ ਦੇ ਪਿਆਰ ਵਾਲੇ, ਨੂਰੇ ਦੇ ਸਤਿਕਾਰ ਵਾਲੇ, ਨੂਰੇ ਦੇ ਗੁਰੂ ਨਾਲ ਮਿਲਾਪ ਵਾਲੇ ਆਪ ਨੇ ਕਦੇ ਨਾ ਸੁਣੇ ਹੋਣ। ਮੈਂ ਸੁਣਾ ਦੇਵਾਂ। ਸਾਨੂੰ ਮਿਲਦਾ ਹੈ ਪਤਾ ਕਿ ਨੂਰੇ ਤੋਂ ਗੁਰੂ ਸਾਹਿਬ ਨੇ ਪਹਿਲਾਂ ਉਹਦਾ ਨਾਂ ਪੁੱਛਿਆ, ਭਾਈ ਤੇਰਾ ਨਾਂ ਕੀ ਹੈ ਜਵਾਨਾ? ਗੁਰੂ ਸਾਹਿਬ ਜੀ ਕਹਿੰਦੇ ਮੇਰਾ ਨਾਂ ਤਾਂ ਹੈ ਨੂਰਾ। ਮੈਨੂੰ ਮਾਹੀ ਇਸ ਕਰਕੇ ਕਹਿੰਦੇ ਨੇ ਕਿ ਮੈਂ ਮੱਝਾਂ ਚਾਰਨ ਵਾਲਾ ਚਰਵਾਹਾ ਹਾਂ। ਕਿਹਦਾ ਹੈ, ਕਿਹਦਾ ਚਾਰਾ ਹੈ, ਕਿਹਦੇ ਪਸ਼ੂ ਚਾਰਦਾ ਹੈ? ਰਾਏ ਕੱਲਾ ਚੌਧਰੀ ਰਾਜਾ, ਬਹੁਤ ਜ਼ਿਆਦੀਆਂ ਪਿੰਡਾਂ ਦੀ ਜ਼ਮੀਨ, ਮਜ਼ਾਰੇ ਰੱਖੇ ਹੋਏ ਜਿਹੜੇ
ਉਸਨੂੰ ਸਾਲ ਦੀ ਸਾਲ ਚੰਦਾ ਭੇਜਦੀ ਸੀ ਮਜ਼ਾਰੇ। ਉਹਦਾ ਮੈਨੂੰ ਕਰੇ, ਉਹਦੀਆਂ ਮੱਝਾਂ ਚਰਾਉਣਾ, ਸਭ ਡੰਗਰ ਪਸ਼ੂ ਉਹਦਾ ਹੈ। ਹੁਣ ਨੂਰੇ ਦੀ ਭਾਵਨਾ ਦੀ ਨਿੱਕੀ ਜੀ ਗੱਲ ਕਰੀਏ, ਛੋਟੀ ਜੀ, ਕਿ ਨੂਰੇ ਨੇ ਮੰਨਿਆ। ਗੁਰੂ ਸਾਹਿਬ ਨੇ ਆਖਿਆ, ਨੂਰਿਆ ਸਾਨੂੰ ਦੁੱਧ ਛਕਾ। ਧਿਆਨ ਆਪਾਂ ਲੈ ਜਾਣਾ ਹੈ ਬਿਦਰ ਦੀ ਸ਼ਨ ਵਿੱਚ, ਜਿੱਥੇ ਕ੍ਰਿਸ਼ਨ ਜੀ ਗਏ ਨੇ। ਧਿਆਨ ਇਹ ਆਪਾਂ ਲੈ ਜਾਣਾ ਹੈ ਭਾਈ ਲਾਲੋ ਦੀ ਸ਼ਨ ਵਿੱਚ ਗੁਰੂ ਨਾਨਕ ਸਾਹਿਬ ਗਏ ਨੇ। ਧਿਆਨ ਆਪਾਂ ਲੈ ਜਾਣਾ ਹੈ ਜਗਤ ਮਾਤਾ ਗੁਜਰੀ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਝੁੱਗੀਆਂ ਨੂੰ ਰੰਗ ਲਾਉਣ ਵਾਲਾ ਗੁਰੂ ਜੀ ਦੇ ਦਰ ਤੇ ਅਸੀਂ ਆਏ। ਨੀਚੋਂ ਉੱਚ ਕਰੇ ਮੇਰਾ ਗੋਬਿੰਦ। ਸੁਰਤ ਰੱਖਣੀ ਆ ਉੱਥੇ। ਕਿੱਥੇ ਕਿੱਥੇ ਨਹੀਂ ਜਾ ਕੇ ਮੇਰੇ ਗੁਰੂ ਸਾਹਿਬ ਜੀ ਨੇ ਕਲਰੀ ਧਰਤੀ ਨੂੰ ਰੰਗ ਲਾਏ। ਤੇ ਗੱਲ ਹੈਰਾਨ ਕਰ ਦੇਣ ਵਾਲੀ ਹੈ ਕਿ ਕਲਰੀ ਧਰਤੀ ਦੇ ਵਿੱਚ ਕਵਲ ਦਾ ਫੁੱਲ ਨਹੀਂ ਉਗਦਾ, ਤੇ ਦੈਂਤ ਦੇ ਘਰ ਕਦੇ ਭਗਤ ਨਹੀਂ ਜੇ ਪੈਦਾ। ਘਰ ਹਰਨਾਖਸ਼ ਦੈਂਤ ਦੇ, ਕਲਰ ਕਵਲ ਭਗਤ ਪਹਿਲਾਦ। ਕਲਰੀ ਰੋੜਾਂ ਵਾਲੀ ਬੰਜਰ ਧਰਤੀ ਦੇ ਵਿੱਚ ਕਵਲ ਦਾ ਫੁੱਲ ਨਹੀਂ ਪੈਦਾ ਹੁੰਦਾ। ਹਰਨਾਖਸ਼ ਵਰਗੇ ਦੈਂਤ ਦੇ ਘਰ ਪਹਿਰਲਾਦ ਵਰਗਾ ਰੱਬੀ ਰੂਹਾਨੀ ਦਾ ਮਾਲਕ ਪੁੱਤਰ ਨਹੀਂ ਜੇ ਪੈਦਾ ਹੁੰਦਾ। ਏਡਿਆਂ ਗਰੀਬਾਂ ਦੇ ਘਰ ਵਿੱਚ ਕੋਈ ਨਹੀਂ ਜਾਂਦਾ। ਲੋਕ ਨੱਕ ਚੜਾਉਂਦੇ ਨੇ, ਉਧਰ ਕੀ ਜਾਣਾ ਹੈ। ਗਰੀਬਾਂ ਦੀਆਂ ਝੁੱਗੀਆਂ ਵਿੱਚ ਅੱਜ ਸਾਡੇ ਲੋਕ ਨਹੀਂ ਜਾਂਦੇ, ਨਹੀਂ ਜਾਂਦੇ, ਨਹੀਂ ਜਾਣਾ। ਉਹ ਨੀਵੀਂ ਜਾਤ ਦੇ ਨੇ। ਵਾਹਿਗੁਰੂ ਥੋੜਾ ਜਿਹਾ ਸੁਰਤ ਜੋੜ ਲਓ, ਅੱਖਾਂ ਨੇਤਰ ਬੰਦ ਕਰੋ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰੋ। ਆਪਾਂ ਮੰਗਣਾ ਆਇਆ, ਨੀਚੋਂ ਉੱਚ ਕਰੇ ਮੇਰਾ ਗੋਬਿੰਦ। ਉਹਨਾਂ ਨੂੰ ਨੀਵਿਆਂ ਨੂੰ ਉੱਚੀਆਂ ਕਰਨ ਵਾਲਾ ਕਿਹੜਾ ਗੁਰੂ ਹੈ? ਜਿਸ ਗੁਰੂ ਦੇ ਦਰ ਤੇ ਅਸੀਂ ਆਣ ਕੇ ਨਾ ਅੱਜ ਨਕ ਨਮਸਤਕ ਹੋਏ ਹਾਂ। ਇਤਿਹਾਸ ਦੀ ਲੜੀ ਅੱਜ ਦੇ ਸਮੇਂ ਨੂੰ ਦਰਸਾਉਂਦੀ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ ਦੀ ਦਾਤ ਦੇ ਰਾਹੀਂ ਅਸੀਂ ਗੁਰੂ ਨੂੰ ਪ੍ਰਗਟ ਗੁਰਾਂ ਦੀ ਦੇਹ ਵਿੱਚੋਂ ਸੁਰਤ ਨਾਲ ਸੁਰਤੀ ਕੈ ਮਾਰਗ ਜੋੜਨੇ ਆ। ਧਿਆਨ ਦੇਣਾ ਹੈ, ਬਾਹਰ ਨਹੀਂ ਜਾਣਾ। ਅਲੂਣੇ ਸਾਗ ਵਰਗਾ ਇਹ ਸਵਾਦ ਆ ਜੇ ਚਖਿਆ ਨਾ ਗਿਆ ਤੇ ਜੇ ਚੱਖ ਲਿਆ ਤੇ ਫਿਰ ਇਸੇ ਦੇ ਵਿੱਚੋਂ ਅੰਮ੍ਰਿਤ ਦੀਆਂ ਘੁੱਟਾਂ ਆਉਣਗੀਆਂ ਤੇ ਮਨ ਨੀਵਾਂ ਹੋ ਜਾਵੇਗਾ ਤੇ ਮਤ ਉੱਚੀ ਹੋ ਜਾਵੇਗੀ। ਸਿੱਖੋ, ਅਸੀਂ ਉਸ ਗੁਰੂ ਦੇ ਦਰ ਤੇ ਅੱਜ ਨਕ ਨਮਸਤਕ ਹੋ ਕੇ ਨਵੇਂ ਸਾਲ ਦੀ ਰਮਤਾ ਆਗਿਆ ਮੰਗਦੇ ਹਾਂ। ਨਾਨਕ ਕੌਰ ਪੂਰਾ ਭੇਟਿਓ ਸਗਲੇ ਦੁੱਖ ਬਨਾਸੀ। ਸਾਰਿਆਂ ਦੁੱਖਾਂ ਦਾ ਨਾਸ ਕਰਾਉਣ ਵਾਸਤੇ ਗੁਰੂ ਦੇ ਦਰ ਤੇ ਆਏ। ਗੁਰੂ ਦੇ ਦਰ ਤੇ ਇਹ ਉਹ ਗੁਰੂ ਹੈ। ਅੱਜ ਜੇ ਵੇਖਿਆ ਜਾਵੇ, ਜਿੱਥੇ ਜਿੱਥੇ ਬਾਬੇ ਨੇ ਪੈਰ ਧਰੇ ਨੇ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਵਾ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਵਾ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਇਸੇ ਯੁੱਗ ਦਾ ਮਾਲਕ ਗੁਰੂ ਨਾਨਕ ਸਾਹਿਬ ਜੀ, ਇਸੇ ਯੁੱਗ 'ਚ ਹੁਣਵੇਂ ਪ੍ਰਗਟ ਗੁਰਾਂ ਦੀ ਦੇਹ ਗੁਰੂ ਸਰੂਪ ਹੈ। ਪ੍ਰਗਟ ਹੋ ਕੇ ਉਹਨੇ ਨੀਵਿਆਂ ਨੂੰ, ਰੁਲਦਿਆਂ ਫਿਰਦਿਆਂ ਨੂੰ ਮਾਣ ਬਖਸ਼ਿਆ ਤੇ ਸਿੱਖ ਕੌਮ ਦਾ ਜਨਮ ਉਹਨਾਂ ਲੋਕਾਂ ਵਿੱਚੋਂ ਹੋਇਆ ਕਿਹਨਾਂ ਚੋਂ? ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਸਾਡੀ ਕੋਈ ਬਾਤ ਨਹੀਂ ਸੀ ਪੁੱਛਦਾ। ਸਾਡੀ ਜਗਤ ਦੇ ਅੰਦਰ ਸਾਡੇ ਗੁਰੂ ਨੇ ਪਹਿਚਾਣ ਕਰਾਈ ਹੈ। 1699 ਦੀ ਵਿਸਾਖੀ ਨੂੰ ਆਪ ਜੀਆਂ ਦੇ ਵਿੱਚੋਂ ਪੰਥ ਖਾਲਸੇ ਦੀ ਸਾਜਨਾ ਕੀਤੀ। ਸਾਜਨਾ ਕੀਤੀ, ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ।
ਅਸੀਂ ਧਿਆਨ ਦੇਈਏ ਹੁਣ ਅੱਗੇ ਵਧੀਏ। ਇਹ ਹੈ ਅਰਦਾਸ। ਅਰਦਾਸ ਕਿਵੇਂ? ਜੇ ਭਾਵਨਾ ਬਣ ਗਈ, ਜੇ ਸ਼ਰਧਾ ਟਿਕ ਗਈ ਇਹ ਵਿਚਾਰੇ ਹੋਏ ਬੋਲਾਂ ਦੇ ਉੱਤੇ ਕਿ ਮੇਰਾ ਸਾਹਿਬ ਸਤਿਗੁਰ ਸੰਗ ਸਦਾ ਹੈ ਨਾਲ ਮੇਰੇ ਨਾਲ। ਭਾਵਨਾ ਉਹ ਨੀਵਿਆਂ ਨੂੰ ਉੱਚੀਆਂ ਕਰਨ ਵਾਲਾ ਹੈ। ਇਹਨਾਂ ਨੂੰ ਜਿਨ੍ਹਾਂ ਨੇ ਸੁਰਤ ਜੋੜੀ ਆ ਉਹ ਧਨਵੰਤ ਕਲਵੰਤ ਪਤਵੰਤ ਜੀਵਨ ਮੁਕਤ ਸੁਰਤ ਦੇ ਭਗਵੰਤ। ਉਹ ਵੱਡੀ ਕੁਲ ਵਾਲਾ ਹੈ, ਉਹ ਸਿਆਣਾ ਹੈ, ਉਹ ਪੱਤ ਵਾਲਾ ਹੈ, ਉਹ ਆਪਣੀ ਇੱਜ਼ਤ ਬਣਾਉਂਦਾ ਹੈ ਤੇ ਦੂਸਰਿਆਂ ਦੀ ਕਰਦਾ ਹੈ। ਇੱਥੇ ਹੁਣ ਰੁਕਣਾ ਪਵੇਗਾ। ਅਸੀਂ ਬਹੁਤੇ ਲੋਕ ਤਾਂ ਆਪਣੀ ਇੱਜ਼ਤ ਦੀ ਡੌਂਡੀ ਪਿੱਟਦੇ ਹਾਂ ਕਿ ਮੈਨੂੰ ਹੀ ਸਰਦਾਰ ਸਮਝੋ, ਮੈਂ ਹੀ ਸਭ ਕੁਛ ਹਾਂ। ਜਿਹੜੇ ਆਪਣੇ ਆਪ ਖਵਾ ਕੇ ਆਪਣੇ ਆਪ ਨੂੰ ਸਰਦਾਰ ਖਵਾਉਂਦੇ ਨੇ ਉਹਨਾਂ ਦੇ ਵਿੱਚ ਉਹ ਹੈਨ ਵਿਰਲੇ ਨਾ ਹੀ ਕਣੇ ਫੈਲ ਫੱਕੜ ਸੰਸਾਰ। ਦੂਜਿਆਂ ਨੂੰ ਮਾਣ ਨਹੀਂ ਦੇਣਾ ਚਾਹੁੰਦੇ, ਮੈਨੂੰ ਹੀ ਮਾਣ ਦਿਓ ਸਾਰਾ। ਉਹ ਗੁਰੂ ਹੈ ਜਿਹਨੇ ਸਾਨੂੰ ਸਿਰ ਉੱਚਾ ਕਰਕੇ ਸਾਡੇ ਸਿਰ ਤੇ ਦਸਤਾਰ ਸਾਬਤ ਸੂਰਤ ਦਸਤਾਰ ਸਿਰਾਂ ਦੀ ਦਾਤ ਬਖਸ਼ੀ। ਉਸ ਗੁਰੂ ਦੀ ਆਪਾਂ ਹਜ਼ੂਰੀ ਵਿੱਚ ਆਪਾਂ ਅਰਦਾਸ ਕਰਨੀ ਹੈ। ਪਾਤਸ਼ਾਹ ਪਿਛਲਾ ਸਮਾਂ ਜਿਹੜਾ ਗੁਜ਼ਰ ਗਿਆ ਲੰਘ ਗਿਆ ਨਾ, ਅਸੀਂ ਆਪਣੇ ਕੀਤੇ ਹੋਏ ਕੁਕਰਮਾਂ ਦਾ, ਕੀਤੀਆਂ ਮਾੜੀਆਂ ਵਿਚਾਰਾਂ ਦਾ ਆਪ ਜੀ ਦੇ ਦਰ ਦੇ ਉੱਤੇ ਆਣ ਕੇ ਨਾ ਅਹਿਸਾਸ ਕਰਦੇ ਹਾਂ। ਅਹਿਸਾਸ ਪਿਛਲੀਆਂ ਕੀਤੀਆਂ ਗਲਤੀਆਂ 12 ਕੁ ਮਹੀਨੇ ਦੀਆਂ ਨਿੰਦਿਆ ਕੀਤੀ ਹੋਣੀ, ਆਪਾਂ ਝੂਠ ਵੀ ਬੋਲਿਆ ਹੋਣਾ, ਕਿਸੇ ਦੇ ਲੱਤ ਵੀ ਮਾਰੀ ਹੋਣੀ, ਕਿਸੇ ਨੂੰ ਰਵਾਇਆ ਹੋਣਾ ਹੈ ਤੇ ਕਿਸੇ ਨੂੰ ਹਸਾਇਆ ਵੀ ਹੋਣਾ ਹੈ। ਅੱਜ ਅਸੀਂ ਗਲਤੀ ਮੰਨਣੀ ਆ ਤੇ ਅਗਲੇ ਨਵੇਂ ਸਾਲ ਦੇ ਵਿੱਚ ਅਸੀਂ ਪ੍ਰਵੇਸ਼ ਕਰਨਾ ਹੈ। ਇਹ ਬੇਨਤੀ ਜਦੋਂ ਕਰਾਂਗੇ ਨਾ ਸਾਨੂੰ ਇੱਕ ਅਹਿਸਾਸ ਹੋਊਗਾ ਤੇ ਗੁਰੂ ਵੀ ਇਸ ਗੱਲ ਨੂੰ ਮੰਨੇਗਾ। ਗੁਰੂ ਦੇ ਦਰ ਦੇ ਉੱਤੇ ਮਾਫੀ ਦੀ ਜਗ੍ਹਾ ਹੈਗੀ ਆ। ਕਿੰਨੇ ਵੀ ਕੋਈ ਗਲਤੀ ਕਰ ਲਵੇ ਨਾ ਤੇ ਉਹਨੂੰ ਮਾਫੀ ਮਿਲ ਜਾਂਦੀ ਹੈ। ਮਾਫੀ ਮਿਲਦੀ ਹੈ ਗੁਰੂ ਦੇ ਨਾਨਕ ਦੇ ਦਰ ਤੇ ਹੀ ਕੇਵਲ ਆ। ਤੇ ਵੈਸੇ ਦੁਨੀਆ ਦਾ ਲਾਭ ਵੀ ਇਹ ਗੱਲ ਕਹਿੰਦਾ ਹੈ ਕਿ ਕੋਈ ਆਪਣੇ ਜ਼ੁਲਮ ਨੂੰ ਕਬੂਲਦਾ ਹੈ ਤੇ ਉਹਨੂੰ 50% ਜ਼ੁਲਮ ਦੇ ਵਿੱਚੋਂ ਮਾਫੀ ਮਿਲ ਜਾਂਦੀ ਹੈ, ਡਿਸਕਾਊਂਟ ਮਿਲ ਜਾਂਦਾ ਹੈ ਦੁਨੀਆ ਦੇ ਲਾਭ ਤੇ ਗੁਰੂ ਮਾਫੀ ਕੱਲੀ ਨਹੀਂ ਦਿੰਦਾ। ਗੁਰੂ ਬਾਹਾਂ ਖਲਾਰ ਕੇ ਗਲਵੱਕੜੀ ਪਾ ਲੈਂਦਾ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਅੱਜ ਆਪਾਂ ਗਲਵੱਕੜੀ ਪਾਉਣ ਵਾਲੇ ਗੁਰੂ ਦੇ ਦਰ ਤੇ ਬੈਠੇ ਹਾਂ ਤੇ ਗਲਵੱਕੜੀ ਪਾ ਕੇ ਜਾਣੀ ਆ। ਗੁਰੂ ਨੂੰ ਨਿੱਘ ਮੰਨਣਾ ਹੈ, ਸੋਚਣਾ ਹੈ, ਅਹਿਸਾਸ ਕਰੀਏ ਆਪਣੇ ਮਨ 'ਚ। ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਮੈਂ ਪਿਛਲੇ 12 ਮਹੀਨਿਆਂ 'ਚ ਕੀ ਕੀਤਾ ਹੈ। ਆਪਣੇ ਆਪ 'ਚ ਅਹਿਸਾਸ ਕਰੀਏ। ਖੇਡ ਅੰਦਰ ਦੀ ਗੁਰਬਾਣੀ ਜਾਂਦੀ ਹੈ, ਅੰਦਰ ਦੀ ਖੇਡ ਦਰਸਾਉਂਦੀ ਹੈ, ਬਾਹਰ ਦੀ ਨਹੀਂ ਹੈ। ਅੰਦਰੋਂ ਠੀਕ ਹੋ ਗਏ ਤੇ ਬਾਹਰੋਂ ਆਟੋਮੈਟਿਕਲੀ ਸੋਹਣੇ ਲੱਗਾਂਗੇ। ਸਾਡੀ ਉਹ ਜਿਹੜੀ ਖੇਡ ਅਸੀਂ ਲੁਕਾਉਂਦੇ ਹਾਂ, ਪੜ੍ਹਦੇ ਪਾਉਂਦੇ ਹਾਂ ਬੁਰੇ ਕਰਮ ਕਰਕੇ। ਦੇ ਕਿਵਾੜ ਅਣਕ ਪੜ੍ਹਦੇ ਮਹਿ ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲਿਖਾ ਮੰਗੈ, ਤਬ ਕੌਣ ਪੜਦਾ ਤੇਰਾ ਢਾਕੈ। ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤ ਦਾਰਾ ਪਿਆਣ ਲਟਾਵੈ। ਪਰਪੰਚੀ ਜੀਵਨ, ਧੋਖੇ ਵਾਲਾ ਜੀਵਨ, ਗੁਰਮਤ ਦੇ ਰਾਹ ਤੋਂ ਖੁੰਝਿਆ ਹੋਇਆ ਜੀਵਨ ਜਿਹੜਾ ਏ ਗੁਰੂ ਨੂੰ ਅੱਜ ਸਮਰਪਿਤ ਕਰ ਦੇਣਾ ਹੈ। ਗੁਰੂ ਦੇ ਅੱਗੇ ਟਹਿ ਪੈਣਾ। ਟੰਡਾਉਤ ਬੰਧਨ ਅਨਕਵਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਨਾਨਕ ਦੇ ਕਰ ਹੱਥ। ਵਾਹਿਗੁਰੂ ਸਾਡੇ ਸਿਰ ਦੇ ਉੱਤੇ ਆਪ ਦਾ ਹੱਥ ਰੱਖ। ਸਾਡੇ ਜੀਵਨ ਦੇ ਅੰਦਰ ਅਡੋਲਤਾ ਬਣ ਜਾਵੇ। ਅਸੀਂ ਸੰਸਾਰੀ ਪਦਾਰਥਾਂ ਦੇ ਪਿੱਛੇ ਆਪਣੇ ਜੀਵਨ ਨੂੰ ਲਾਂਭਿਆਂ ਦਾ
ਜਿਹੜਾ ਹੈ ਨਾ ਉਹ ਸ਼ਿਕਾਰ ਨਾ ਬਣਾ ਲਈਏ, ਸਾਡਾ ਜੀਵਨ ਕਿਤੇ ਲਾਂਭਿਆਂ ਦਾ ਸ਼ਿਕਾਰ ਨਾ ਹੋ ਜਾਵੇ। ਅਸੀਂ ਕੀ ਕਰਦੇ ਹਾਂ ਆਪਣੇ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਉਜਲ ਫੇਰਾ। ਅਸੀਂ ਆਏ ਹਾਂ ਤੇਰੇ ਦਰ ਤੇ ਗੁਨਾਹਾਂ ਕਬੂਲਣ ਵਾਸਤੇ, ਰੱਬ ਦੀ ਖੇਡ ਨੂੰ ਪ੍ਰਵਾਨਣ ਵਾਸਤੇ, ਗੁਰੂ ਦੀ ਕਿਰਪਾ ਨੂੰ ਪ੍ਰਵਾਨਣ ਵਾਸਤੇ ਅਸੀਂ ਆਏ ਹਾਂ। ਤੇ ਕਰਨੀ ਆ ਆਪਾਂ ਅਰਦਾਸ, ਮੰਗ ਲੈਣੀ ਆ ਕੀਤੀਆਂ ਗਲਤੀਆਂ ਦੀ, ਜੋ ਬੀਤਿਆ ਸਾਲ ਪਿੱਛੇ ਲੰਘਾ ਉਹਨਾਂ ਦੀ ਮਾਫੀ ਅੱਜ ਮੰਗ ਲੈਣੀ ਆ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਥੋੜਾ ਜਿਹਾ ਧਿਆਨ ਦਿਓ ਇਹਨਾਂ ਪੰਕਤੀਆਂ ਵੱਲ। ਆਪਣੇ ਕੋਲ ਕੋਈ ਬਰਤਨ ਹਨ, ਉਹਦੇ ਵਿੱਚ ਕੋਈ ਵਸਤੂ ਪਾਈ ਹੈ ਤੇ ਇੱਕ ਹੋਰ ਪਾਉਣੀ ਚਾਹੁੰਦੇ ਆ, ਦੋ ਨਹੀਂ ਪੈਣੀਆਂ। ਜਿਵੇਂ ਬਾਣੀ ਵੀ ਆਖਦੀ ਹੈ, ਸਤਿਗੁਰੂ ਦੇ ਬਚਨ ਆ, ਹਉ ਮੈਂ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕ ਠਾਈ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਇਸ ਬਰਤਨ ਦੇ ਵਿੱਚ ਕੁਝ ਪਾਉਣਾ ਤੇ ਪਹਿਲਾਂ ਜਿਹੜਾ ਪਾਇਆ ਹੋਇਆ ਉਹ ਕੱਢਣਾ ਪਵੇਗਾ, ਤਾਂ ਉਹ ਦੂਸਰਾ ਵਸਤੂ ਤਾਂ ਪਵੇਗਾ। ਜੇ ਲੱਸੀ ਪਾਈ ਆ ਤੇ ਉਹਨੂੰ ਕੱਢ ਕੇ ਫਿਰ ਦੁੱਧ ਪਵੇਗਾ ਤੇ ਸਵਸਥ ਰਹੇਗਾ। ਇਹ ਜੀਵਨ ਰੂਪੀ ਭਾਂਡੇ ਦੇ ਵਿੱਚ ਵੱਲ ਇਸ਼ਾਰਾ ਕਰਦੇ ਆ ਮੇਰੇ ਸਤਿਗੁਰੂ ਜੀ। ਪਹਿਲਾਂ ਅੰਦਰ ਵਕਾਰ ਨੇ, ਧੋਖਾ ਹੈ, ਜੜ ਲਾ ਕੇ, ਡੇਰਾ ਲਾ ਕੇ ਪਾਪ ਬੈਠਾ ਹੋਇਆ ਕਿ ਜ਼ਿੰਦਗੀ 'ਚ ਆਪਾਂ ਕਿਸੇ ਦਾ ਚੰਗਾ ਕਰਨਾ ਹੀ ਨਹੀਂ ਤੇ ਉਹਨੂੰ ਕੱਢਣਾ। ਅਸੀਂ ਕਰਦੇ ਹੀ ਪਾਪ ਨੂੰ ਜੇ ਪਿਆਰੇ ਹਾਂ ਤੇ ਉਹ ਕੱਢਣਾ ਪਊਗਾ। ਹੈ ਇਹ ਪਾਪ ਮਾੜਾ ਹੈ, ਪਰ ਜਦੋਂ ਮਨੁੱਖ ਆਤਮਿਕ ਤੌਰ ਤੇ ਪਾਪਾਂ ਦਾ ਧਾਰਨੀ ਹੋ ਜਾਂਦਾ ਹੈ ਤੇ ਉਹਨੂੰ ਪਾਪ ਜਿਹੜੇ ਆ ਉਹ ਚੰਗੇ ਲੱਗਦੇ ਆ ਤੇ ਪੁੰਨਾਂ ਨੂੰ ਕਹਿੰਦਾ ਨਹੀਂ। ਜੇ ਕੋਈ ਆਖੇ ਨਾ ਵੀ ਚਲੋ ਹੁਣ ਆਪਾਂ ਅੱਜ ਗੁਰੂ ਦੀ ਸੰਗਤ ਕਰਕੇ ਆਈ, ਉਹ ਕਹਿੰਦਾ ਨਹੀਂ ਇੱਧਰ ਨਹੀਂ ਉੱਧਰ ਜਾਓ, ਉੱਧਰ ਜਿੱਧਰ ਕੱਲ ਗਏ ਸਾਂ। ਆਖੋ ਵੇ ਇਹਨਾਂ ਨੂੰ ਡਰਾਫ ਕਰਨਾ ਪਵੇਗਾ, ਤਾਂ ਇਸ ਜੀਵਨ ਰੂਪੀ ਭਾਂਡੇ ਦੇ ਵਿੱਚ ਪ੍ਰਭੂ ਭਗਤੀ ਦਾ ਕੋਈ ਕਿਣਕਾ ਵਸੇਗਾ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਉਹਦੇ ਵਿੱਚ ਤਾਂ ਪਵੇਗੀ, ਨਹੀਂ ਤੇ ਨਹੀਂ ਪਵੇਗੀ। ਆਪਾਂ ਜੀਵਨ ਦੇ ਵਿੱਚੋਂ ਅੱਜ ਪਰਨ ਕਰੀਏ, ਤੋਆ ਕਰੀਏ ਤੇ ਨਾਲ ਕੀ ਮੰਗੀਏ? ਸਤਿਗੁਰੂ ਦੀ ਮੱਤ। ਕੱਲ ਵੀ ਇਹ ਪੰਕਤੀਆਂ ਪੜ੍ਹ ਕੇ ਵਿਚਾਰ ਕੀਤੀ ਸੀ, ਕੱਲ ਵੀ ਕੀਤੀ ਸੀ ਵਿਚਾਰ। ਇਹ ਸਦਬਹਾਰੀ ਬਾਣੀ ਕਥਾ ਹੈ, ਗੁਰਮੁਖ ਕਥ ਕਹਾਣੀ, ਗੁਰੂ ਦੀ ਕਥੀ ਨਾ ਜਾਣ ਵਾਲੀ ਉਹ ਕਹਾਣੀ ਦੀ ਵਿਚਾਰ ਕਰ ਰਹੇ ਹਾਂ। ਆਪਾਂ ਗੁਰੂ ਤੋਂ ਮੰਗੀਏ। ਆਪਾਂ ਗੁਰੂ ਤੋਂ ਇਹ ਮੱਤ ਮੰਗ ਲਈਏ, ਸਤਿਗੁਰੂ ਸਾਨੂੰ ਆਪਣੀ ਮੱਤ ਦੇ ਦੇ। ਫਿਰ ਤਾਂ ਸਾਡੇ ਅੰਦਰੋਂ ਪਾਪ ਨਿਕਲ ਸਕਦੇ ਨੇ, ਕਿਉਂਕਿ ਮੱਤ ਉੱਚੀ ਦੀ ਅਰਦਾਸ ਆਪਾਂ ਕਰਦੇ ਹਾਂ। ਤੇ ਫਿਰ ਸਾਹਿਬ ਦਾ ਫਰਮਾਨ ਹੈ ਕਿ ਜੇ ਤੂੰ ਆਪਣੀ ਉੱਚੀ ਮੱਤ ਕਰ ਲਵੇ ਨਾ, ਮੰਗ ਲਵੇਂ ਨਾ, ਤੇ ਫਿਰ ਤੂੰ ਸਤਿਗੁਰੂ ਵਰਗਾ ਹੀ ਹੋ ਜਾਏਗਾ। ਤੇ ਸਤਿਗੁਰੂ ਸਭਨਾਂ ਦਾ ਭਲਾ ਮਨਾਉਂਦੇ ਨੇ, ਉਹ ਬੁਰਾ ਨਹੀਂ ਕਿਸੇ ਦਾ ਮਨਾਉਂਦੇ। ਫਿਰ ਤੂੰ ਸਤਿਗੁਰੂ ਵਰਗੀ ਮੱਤ ਲੈ ਕੇ ਤੂੰ ਵੀ ਸਭਨਾਂ ਦਾ ਭਲਾ ਮਨਾਏਗਾ। ਅਸੀਂ ਅਰਦਾਸ ਦੇ ਵਿੱਚ ਬੋਲ ਦਿੰਦੇ ਹਾਂ, ਜਦੋਂ ਸਾਡੇ ਗ੍ਰੰਥੀ ਸਿੰਘ ਸਾਹਿਬਾਨ ਬੋਲਦੇ ਤੇ ਅਸੀਂ ਬੋਲਦੇ ਹਾਂ, ਪਰ ਉਹ ਅੰਦਰਲੀ ਖੇਡ ਨਹੀਂ ਬਣਦੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ। ਇੱਥੋਂ ਗਿਆ ਥੋੜਾ ਜਿਹਾ ਤਾਂ ਹੋ ਗਿਆ, ਇੱਥੋਂ ਨਹੀਂ ਹੈ, ਇੱਥੋਂ ਨਹੀਂ ਹੈ, ਖੇਡ ਇੱਥੇ ਦੀ ਹੈ। ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ, ਆ ਜਿਹੜੀ ਬਾਣੀ ਦਾ ਕੀਰਤਨ ਸੁਣਿਆ ਆਪ ਜੀਆਂ ਨੇ, ਜਿਸ ਬਾਣੀ ਦੀ ਵਿਚਾਰ ਸੁਣ ਰਹੇ ਹੋ, ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਹੋ ਜਾਣੇ, ਜੀਓ ਅੰਦਰਲੀ ਗੱਲ ਕੀਤੀ। ਇਹ ਬਾਣੀ ਆ ਇੱਥੇ ਰੁਕੋ। ਇਹ ਬਾਣੀ ਜੋ ਜੀਹੋ ਜਾਣੇ ਤਿਸ ਅੰਤਰ ਰਵੈ ਹਰ ਨਾਮਾ। ਨਾਮ ਟਿਕੇਗਾ, ਪਰਮੇਸ਼ਰ ਪ੍ਰਗਟ ਹੋਵੇਗਾ, ਸੋਝੀ ਆਵੇਗੀ ਤੇ ਮਤ ਗੁਰੂ ਦੀ ਰਾਹੀਂ ਅਰਦਾਸ ਕਰਾਂਗੇ ਤੇ ਗੁਰੂ ਦੇ ਅੱਗੇ ਅਸੀਂ
ਇੱਕ ਵਾਰਾ ਜੇ ਮਾਫੀ ਮੰਗ ਲਈ ਦੁਬਾਰਾ ਮੰਗਣ ਦੀ ਲੋੜ ਨਹੀਂ ਪੈਣੀ। ਕਿਉਂ? ਸਾਈਂ ਸਤਿਗੁਰੂ ਦਾ ਸਰੂਪ ਹੋ ਜਾਣਾ ਹੈ, ਸਤਿਗੁਰ ਪ੍ਰਗਟ ਹੋ ਜਾਣਾ ਹੈ, ਅਗਿਆਨਤਾ ਵਾਲਾ ਹਨੇਰਾ ਦੂਰ ਹੋ ਜਾਣਾ ਹੈ। ਆਓ ਅੱਜ ਇੱਕ ਵਾਰ ਆਪਾਂ ਪਰਨ ਕਰਕੇ ਮਾਫੀ ਮੰਗੀਏ ਤੇ ਮੰਗ ਲਈਏ ਨਾਲ ਸਤਿਗੁਰੂ ਨੂੰ, ਮੰਗ ਲਈਏ ਸਤਿਗੁਰੂ ਦੀ ਮੱਤ ਨੂੰ, ਸ਼ੁਭ ਗੁਣਾਂ ਦੀ ਦਾਤ ਮੰਗੀਏ। ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ। ਹਰ ਘਰ ਵਿੱਚ ਖੁਸ਼ੀਆਂ ਆਉਣ, ਤੰਦਰੁਸਤੀਆਂ ਆਉਣ, ਰਿਜ਼ਕ ਆਵੇ। ਤੇ ਇੱਕ ਅਰਦਾਸ ਕਰੀਏ, ਦਿੱਲੀ ਵਿੱਚ ਜਿਹੜੇ ਕਿਸਾਨ ਵੀਰ ਨੇ ਜਿਨ੍ਹਾਂ ਨੂੰ ਅੰਨਦਾਤੇ ਦਾ ਵੀ ਨਾਂ ਦਿੱਤਾ ਗਿਆ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਵੈਸੇ ਤਾਂ ਇੱਕੋ ਹੀ ਦਾਤਾ ਆ, ਪਰ ਉਹਨੇ ਗਾਂ ਦਾਤਾਂ ਦੇਣ ਵਾਸਤੇ ਵਰਤਾਵੇ ਵੀ ਲਾਏ ਹੋਏ ਨੇ। ਆਪਾਂ ਉਹਨਾਂ ਦੀ ਸੁਖ ਸ਼ਾਂਤੀ ਵਾਸਤੇ ਵੀ ਅਰਦਾਸ ਕਰੀਏ। ਸਿੰਘ ਸਾਹਿਬ ਇੱਥੇ ਰੋਜ਼ ਅਰਦਾਸ ਕਰਦੇ ਨੇ ਤੇ ਆਪਾਂ ਵੀ ਨਾਲ ਨਾਲ ਇੱਕ ਇੱਕ ਲਫ਼ਜ਼ ਨੂੰ ਗੁਰੂ ਅੱਗੇ ਆਖੀਏ। ਸਾਡੀ ਸਾਰਿਆਂ ਦੀ ਅਰਦਾਸ ਹੈ, ਜਿੱਥੇ ਅਸੀਂ ਆਪਣੀ ਸੁੱਖ ਮੰਗਣ ਆਏ ਹਾਂ, ਆਪਾਂ ਸਾਰੇ ਕਬੀਲੇ ਦੀ, ਸਮੁੱਚੇ ਸੰਸਾਰ ਦੀ ਅਰਦਾਸ ਕਰਨੀ ਆ। ਸਿੱਖ ਸਮੁੱਚੇ ਸੰਸਾਰ ਦਾ ਭਲਾ ਮੰਨਦਾ, ਸਤਿਗੁਰੂ ਸਭਨਾਂ ਦਾ ਭਲਾ ਮਨਾਉਂਦਾ ਤੇ ਸਤਿਗੁਰੂ ਵੀ ਸਭਨਾਂ ਦਾ ਹੀ ਭਲਾ ਮੰਨਦੇ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਿਓ। ਫਿਰ ਦੁਬਾਰਾ ਤੋਂ ਪ੍ਰਬੰਧਕ ਕਮੇਟੀ ਨੂੰ, ਸਮੁੱਚੀ ਸੰਗਤ ਨੂੰ, ਸਾਰੇ ਸੰਸਾਰ ਨੂੰ ਦਾਸ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਾ ਹੈ ਤੇ ਨਾਲ ਅਰਦਾਸ ਵੀ ਕਰਦਾ ਹੈ ਕਿ ਸਤਿਗੁਰੂ ਸਭਨਾਂ ਦੇ ਸਿਰ ਤੇ ਮਿਹਰਾਂ ਦਾ ਹੱਥ, ਸਾਰੇ ਸੁਖੀ ਵਸਣ, ਸਾਰੇ ਚੜ੍ਹਦੀਆਂ ਕਲਾ ਵਸਣ। ਅਸੀਂ ਤੇਰੇ ਹੋ ਜਾਈਏ ਤੇ ਸਤਿਗੁਰੂ ਸਾਨੂੰ ਤੁਸੀਂ ਆਪਣੇ ਸਦਾ ਬਣਾ ਲਓ। ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ। ਅਸੀਂ ਬੋਲ ਸੁਣੇ ਨੇ ਆਪ ਜੀਆਂ ਦੇ ਕਿ ਤੁਸੀਂ ਗੱਲ ਨਾ ਲਾ ਲੈਂਦੇ ਹੋ, ਤੇ ਫਿਰ ਕਰੋ ਕਿਰਪਾ, ਲਾਓ ਜੋ ਸ਼ਰਨੇ ਆਵੇ ਤੇ ਕੰਠ ਲਾਵੇ। ਅਸੀਂ ਸੁਣਦੇ ਹਾਂ ਬੋਲ ਕੇ ਤੁਸੀਂ ਕਿ ਅਸੀਂ ਆਏ ਬੈਠੇ ਹਾਂ, ਲਾਓ ਸਾਨੂੰ ਗੱਲ ਨੂੰ, ਲਾਓ, ਕਰੋ ਕਿਰਪਾ। ਬਿੰਦ ਭੁੱਲਾਂ ਦੀ ਮਾਫੀ, ਬੁਲਾਈਏ ਫਤਿਹ, ਕਰੀਏ ਆਨੰਦ ਸਾਹਿਬ ਜੀ ਦਾ ਪਾਠ ਤੇ ਅਰਦਾਸ ਵਿੱਚ ਸ਼ਾਮਿਲ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।